So we have been talking about damped simple harmonic motion and mathematical procedures and mathematical equations that will be useful for us during the derivations. So ये चीज आप पढ़ चुके हैं बेटा। मैथमेटिकल ਕੰਪਲੈਕਸ ਨੰਬਰ ਦਾ ਕਨਸੈਪਟ ਆਪਾਂ ਦੇਖ ਚੁੱਕੇ ਹਾਂ। ਉਸ ਤੋਂ ਬਾਅਦ ਡਿਕੇ ਆਫ ਫ੍ਰੀ ਵਾਈਬ੍ਰੇਸ਼ਨਸ ਦੀ ਆਪਾਂ ਗੱਲ ਕਰ ਚੁੱਕੇ ਹਾਂ ਬੇਟਾ। ਉਸ ਤੋਂ ਬਾਅਦ ਆਪਣੇ ਕੋਲ ਗੱਲ ਆਏਗਾ ਡੈਮਡ ਮੈਕੈਨੀਕਲ ਆਸੀਲੇਟਰ ਟਾਈਪ ਐਂਡ ਟਾਈਪਸ ਆਫ ਡੈਂਪਿੰਗ। ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਮੇਨ ਫਸਟ ਟਾਪਿਕ ਹੈ ਦੈਟ ਇਜ਼ ਡੈਮਡ ਮੈਕੈਨੀਕਲ ਆਸੀਲੇਟਰ। ਸੋ ਡੈਮਡ ਮੈਕੈਨੀਕਲ ਆਸੀਲੇਟਰ ਵਿੱਚ ਕੀ ਹੋਏਗਾ, ਆਪਾਂ ਪਹਿਲਾਂ ਹੀ ਫਸਟ ਚੈਪਟਰ ਦੇ ਵਿੱਚ ਏਸੀ ਨੂੰ ਸਟੱਡੀ ਕਰ ਚੁੱਕੇ ਹਾਂ। ਵਨ ਕਿ ਆਪਣੇ ਕੋਲ ਇੱਕ ਸਪ੍ਰਿੰਗ ਹੈ, ਸਪ੍ਰਿੰਗ ਦੇ ਨਾਲ ਮਾਸ ਅਟੈਚ ਕੀਤਾ ਹੋਇਆ ਹੈ ਐਂਡ ਆਪਾਂ ਹੌਰੀਜ਼ੌਂਟਲ ਐਕਸਿਸ ਦੇ ਉੱਪਰ ਨੂੰ ਸਲਾਈਡ ਕਰਵਾ ਰਹੇ ਹਾਂ ਦੈਟ ਇਜ਼ ਐਕਸਿਸ ਐਕਸ। ਲੀਨੀਅਰ ਮੋਸ਼ਨ ਹੈ ਬੇਟਾ। ਉਸ ਕੇਸ ਦੇ ਵਿੱਚ ਆਪਣੇ ਕੋਲ ਦਿੱਤਾ ਹੋਇਆ ਹੈ ਕਿ ਜਿਹੜੀ ਵਨ ਸਾਈਡ ਹੈ ਸਪ੍ਰਿੰਗ ਦੀ ਉਹ ਅਟੈਚ ਕੀਤੀ ਹੋਈ ਹੈ ਫਿਕਸਡ ਐਂਡ ਦੇ ਨਾਲ। ਸੋ ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਅਗਰ ਆਪਾਂ ਸਪ੍ਰਿੰਗ ਨੂੰ ਸਟ੍ਰੈਚ ਕਰਕੇ ਆਪਣੇ ਮਾਸ ਨੂੰ ਜਿਹੜੀ ਮੇਨ ਪੋਜੀਸ਼ਨ ਹੈ ਸੀ ਤੋਂ ਥੋੜਾ ਜਿਹਾ ਡਿਸਪਲੇਸ ਕਰਕੇ ਰਾਈਟ ਹੈਂਡ ਸਾਈਡ ਨੂੰ ਲਿਜਾਣ ਦੀ ਗੱਲ ਕਰਦੇ ਆ ਤਾਂ ਮਾਸ ਕੀ ਹੋਏਗਾ, ਸਿੰਪਲ ਹਾਰਮੋਨਿਕ ਵਾਈਬ੍ਰੇਸ਼ਨ ਐਗਜ਼ੀਕਿਊਟ ਕਰੇਗਾ ਅਲੋਂਗ ਦੀ ਹੌਰੀਜ਼ੌਂਟਲ ਐਕਸਿਸ ਲਾਈਕ ਦਿਸ। ठीक है जी। सो अपने की है मास ਜਿਹੜਾ ਹੈ अपने मीन पोजीशन ਨੂੰ ਜਦੋਂ ਕ੍ਰਾਸ ਕਰੇਗਾ ਡਿਊ ਟੂ ਇਨਰਸ਼ੀਆ तो ਕੀ ਹੋਏਗਾ ਰਾਈਟ ਐਕਸਟ੍ਰੀਮ ਲੈਫਟ ਐਕਸਟ੍ਰੀਮ ਤੇ ਜਾਏਗਾ। ਉਸ ਤੋਂ ਬਾਅਦ ਜਦੋਂ ਸਪ੍ਰਿੰਗ ਜਿਹੜਾ ਹੈ ਆਪਣੀ ਰੀਸਟੋਰਿੰਗ ਫੋਰਸ ਨੂੰ ਐਕਟ ਕਰੇਗਾ ਅਲਟੀਮੇਟਲੀ ਇਹ ਤੁਹਾਡਾ ਰਾਈਟ ਹੈਂਡ ਸਾਈਡ ਉੱਪਰ ਜਾਏਗਾ। ਸੋ मीन पोजीशन ਸੀ ਦੇ ਉੱਪਰ ਕ੍ਰਾਸ ਆਪਣਾ ਜਿਹੜਾ ਪਾਰਟੀਕਲ ਹੈ ਉਹ ਸਿੰਪਲ ਹਾਰਮੋਨਿਕ ਮੋਸ਼ਨ ਐਗਜ਼ੀਕਿਊਟ ਕਰੇਗਾ। ਲੇਕਿਨ ਪਹਿਲਾਂ ਜਿਹੜੀ ਆਪਾਂ ਗੱਲ ਕੀਤੀ ਸੀ ਉੱਥੇ ਆਪਾਂ ਕੋਈ ਵੀ ਫ੍ਰਿਕਸ਼ਨਲ ਫੋਰਸਿਸ ਜਾਂ ਰੈਜ਼ਿਸਟਿਵ ਫੋਰਸਿਸ ਆਪਾਂ ਕੰਸੀਡਰ ਨਹੀਂ ਸੀ ਕੀਤੀਆਂ। ਹੁਣ ਇੱਥੇ ਕੀ ਆਪਣੇ ਕੋਲ ਜਿਹੜੀ ਮੇਨ ਫੋਰਸ ਆਪਾਂ ਕੰਸੀਡਰ ਕੀਤੀ ਦੈਟ ਵਾਸ ਓਨਲੀ ਦੀ ਰੀਸਟੋਰਿੰਗ ਫੋਰਸ ਦੈਟ ਵਾਸ ਐਕਟਿੰਗ ਅਲੋਂਗ ਟੁਵਾਰਡਸ ਦੀ ਮੇਨ ਪੋਜੀਸ਼ਨ। ਸੋ ਚਾਹੇ ਲੈਫਟ ਹੈਂਡ ਸਾਈਡ ਨੂੰ ਪਾਰਟੀਕਲ ਜਾ ਰਿਹਾ ਚਾਹੇ ਰਾਈਟ ਹੈਂਡ ਸਾਈਡ ਨੂੰ ਜਾ ਰਿਹਾ ਤਾਂ ਜਿਹੜੀ ਫੋਰਸ ਹੋਏਗੀ ਦੈਟ ਵਿਲ ਬੀ ਡਾਇਰੈਕਟਡ ਆਲਵੇਸ ਟੁਵਾਰਡਸ ਦੀ ਮੇਨ ਪੋਜੀਸ਼ਨ। F is equal to minus S of x ਦੇ ਬਰਾਬਰ ਹੋ ਜਾਏਗੀ। ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਚੀਜ਼ ਆਈ ਹੈ ਜਿਹੜੀ ਆਪਾਂ ਹੁਣ ਕੰਸੀਡਰ ਕਰਨੀ ਹੈ ਕਿ ਆਪਣੇ ਕੋਲ ਜਿਹੜੀ ਰੈਜ਼ਿਸਟਿਵ ਫੋਰਸ ਹੈ force due to viscous drag। so viscous drag ਦੀ ਜਿਹੜੀ ਫੋਰਸ ਆਏਗੀ that will be directly proportional to velocity। तो ਆਪਾਂ ਨੂੰ ਪਤਾ ਹੈ ਕਿ viscous drag ਹਮੇਸ਼ਾ velocity ਦੇ ਪ੍ਰੋਪੋਰਸ਼ਨਲ ਹੁੰਦਾ ਹੈ। ਸੋ ਇਸ ਚੀਜ਼ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਜਿਹੜਾ ਪ੍ਰੋਪੋਰਸ਼ਨਲਿਟੀ ਸਾਈਨ ਹਟਾਵਾਂਗੇ ਤਾਂ ਨੈਗੇਟਿਵ ਸਾਈਨ ਦੇ ਨਾਲ r ਆਏਗਾ ਤੇ ਕੋਐਫੀਸ਼ੀਐਂਟ ਆਫ ਡੈਂਪਿੰਗ ਕੋਐਫੀਸ਼ੀਐਂਟ ਕਹਿ ਸਕਦੇ ਹਾਂ ਜਾਂ ਡੈਂਪਿੰਗ ਕਾਂਸਟੈਂਟ ਇਹਨੂੰ ਕਿਹਾ ਜਾ ਸਕਦਾ ਹੈ। so any oscillation which produces oscillation of decreasing amplitude due to dissipation of energy during the each oscillation is called a damping oscillator। so damped oscillator ਵਿੱਚ ਆਪਣੇ ਕੋਲ ਜਿਹੜਾ amplitude ਹੈ oscillation ਦਾ ਲਗਾਤਾਰ ਡਾਈ ਆਊਟ ਕਰਦਾ ਜਾਏਗਾ because of the presence of damping force। so consider a damped mechanical simple harmonic oscillator in which a mass m is attached to a spring of stiffness constant that is S is producing the oscillation। the spring provides the restoring force minus S of x to the attached mass। the restoring force है अपने कोल पहला भी अवेलेबल मौजूद सीगी। so in a mechanical oscillator part of its kinetic its energy is always dissipated against the dissipating forces such as the frictional forces। so part of the energy that will be dissipated in the present work is it will be frictional force or viscous drag due to the air। for the sake of convenience we take into account the viscous drag due to air only। so ਹਵਾ ਦੇ ਨਾਲ ਜਿਹੜਾ ਆਪਣੇ ਕੋਲ resistance ਆ ਰਿਹਾ ਉਹਨੂੰ ਹੀ ਆਪਾਂ ਇੱਥੇ ਟੇਕ ਕੇਅਰ ਕਰਨ ਦੀ ਗੱਲ ਕਰ ਰਹੇ ਹਾਂ। ਬਾਕੀ ਆਪਾਂ frictional forces ਸਾਰੀਆਂ ਛੱਡ ਦਿੱਤੀਆਂ। so which is a dissipating force that varies directly as the velocity of the oscillator। so कितनी स्पीड ਦੇ ਨਾਲ oscillator मूव कर रहा है तो ਉਸ ਨੂੰ directly proportional हो जाएगी force। so जितनी ज्यादा स्पीड होगी उतनी ज्यादा force हो जाएगी। so if F is the force due to viscous drag then F is directly proportional to dx by dt or simply velocity। so F will be equal to minus r dx by dt। नेगेटिव साइन अपने को डैम्पिंग करके आ रहा है बेटा। ठीक है जी। फिर it will also it opposes the motion of the simple pendulum or pendulum or your mass। so therefore equation of motion for the damped simple harmonic motion or oscillator it can be written as। ਹੁਣ ਪਹਿਲਾਂ ਆਪਣੇ ਕੋਲ ਜਿਹੜੀ oscillator ਹੁੰਦਾ ਸੀ ਉਹਦੇ ਵਿੱਚ ਕੀ ਸੀਗਾ restoring force ਜਿਹੜੀ ਸੀ it was proportional it was equal to m mass into acceleration। so ਇਸ ਵਿੱਚ ਕੀ ਹੁਣ ਆਪਣੇ ਕੋਲ ਕੀ ਆਏਗਾ ਆਪਣੇ ਕੋਲ ਐਕਸਟਰਾ ਟਰਮ ਆਏਗੀ ਜਿਹੜੀ ਕਿ r dx by dt ਹੋ ਜਾਏਗੀ। so ਇਹ ਵਾਲੀ ਐਕਸਟਰਾ ਟਰਮ ਆਪਾਂ ਉਸ ਇਕੁਏਸ਼ਨ ਦੇ ਵਿੱਚ ਐਡ ਕਰਾਂਗੇ। so mass into acceleration that is f। so ਇਹ ਵਿੱਚ ਕੀ ਹੋ ਗਿਆ f is equal to ma mass into acceleration ਹੋ ਗਿਆ ਲੈਫਟ ਹੈਂਡ ਸਾਈਡ ਦੇ ਉੱਪਰ ਰਾਈਟ ਹੈਂਡ ਸਾਈਡ ਦੇ ਉੱਪਰ ਜਿਹੜੀ ਫੋਰਸ ਆਪਾਂ ਐਕਟ ਕਰਵਾ ਰਹੇ ਹਾਂ ਦੋ ਤਰ੍ਹਾਂ ਦੀ ਹੈ। ਇੱਕ ਆਪਣੇ ਕੋਲ ਰੀਸਟੋਰਿੰਗ ਫੋਰਸ ਹੈ ਦੂਸਰੀ ਆਪਣੇ ਕੋਲ ਡੈਂਪਿੰਗ ਫੋਰਸ ਹੈ। ਸੋ ਤਿੰਨੋਂ ਫੋਰਸਿਸ ਆਪਾਂ ਜਿਹੜੀਆਂ ਹੈਗੀਆਂ ਦੋਨੋਂ ਫੋਰਸਿਸ ਆਪਾਂ ਕਲੱਬ ਕਰਕੇ ਮੈਥਮੈਟੀਕਲ ਇਕੁਏਸ਼ਨ ਲਿਖਾਂਗੇ ਜਿਹੜੀ ਕਿ ਡਿਫਰੈਂਸ਼ੀਅਲ ਇਕੁਏਸ਼ਨ ਹੋਏਗੀ। ਸੋ ਇਟ ਵਿਲ ਬੀ d2x by dt square plus r by m dx by dt। ਇਹਨੂੰ ਦੋਨਾਂ ਨੂੰ both ਨੂੰ ਫੋਰਸਿਸ ਨੂੰ ਲੈਫਟ ਹੈਂਡ ਸਾਈਡ ਲੈ ਕੇ ਆ ਜਾਓ ਐਂਡ ਅਲਟੀਮੇਟਲੀ ਮਾਸ ਨਾਲ ਡਿਵਾਈਡ ਕਰਾਂਗੇ ਸਾਰੀ ਇਕੁਏਸ਼ਨ ਨੂੰ ਤਾਂ ਆਪਣੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਆਪਣੇ ਕੋਲ ਇਵੋਲਵ ਹੋ ਜਾਏਗੀ। ਉਸ ਤੋਂ ਬਾਅਦ ਆਪਾਂ ਫਾਈਂਡ ਆਊਟ ਕਰਾਂਗੇ ਇਸ ਇਕੁਏਸ਼ਨ ਦਾ ਸੋਲੂਸ਼ਨ ਕੀ ਹੋਏਗਾ।
ਸੋ ਸੋਲੂਸ਼ਨ ਫਾਈਂਡ ਆਊਟ ਕਰਨ ਦੇ ਲਈ ਆਪਾਂ ਇਹਨੂੰ ਥੋੜਾ ਜਿਹਾ ਹੋਰ ਸਿੰਪਲੀਫਾਈ ਕਰਾਂਗੇ। ਆਪਾਂ ਜਿਹੜੇ r ਡਿਵਾਈਡਡ ਬਾਈ m ਲਿਖਿਆ ਹੋਇਆ ਜਾਂ s ਡਿਵਾਈਡਡ ਬਾਈ m ਲਿਖਿਆ ਹੋਇਆ ਫੈਕਟਰਾਈਜੇਸ਼ਨ ਆਪਾਂ ਰਿਮੂਵ ਕਰਾਂਗੇ। ਸੋ r ਡਿਵਾਈਡਡ ਬਾਈ m ਨੂੰ ਆਪਾਂ 2p ਕਾਊਂਟ ਕਰ ਲੈਂਦੇ ਹਾਂ ਐਂਡ s ਡਿਵਾਈਡਡ ਬਾਈ m ਜਿਹੜਾ ਕਿ ਆਪਾਂ ਪਹਿਲਾਂ ਵੀ ਲਿਖਦੇ ਆਏ ਹਾਂ ਕਿ ਇਟ ਇਜ਼ ਇਕੁਅਲ ਟੂ ਓਮੇਗਾ ਸਕੁਅਰ। ਠੀਕ ਹੈ ਜੀ, ਓਮੇਗਾ ਆਪਣੀ ਫ੍ਰੀਕੁਐਂਸੀ ਆਫ ਆਸਿਲੇਸ਼ਨ ਹੈ। ਸੋ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਇਲੈਬੋਰੇਟ ਕਰਦੇ ਹਾਂ। r ਡਿਵਾਈਡਡ ਬਾਈ m ਨੂੰ 2p ਨਾਲ ਰਿਪਲੇਸ ਕਰ ਦਿਓ ਐਂਡ s ਬਾਈ m ਨੂੰ ਓਮੇਗਾ ਸਕੁਅਰ ਦੇ ਨਾਲ ਰਿਪਲੇਸ ਕਰ ਦਿਓ। ठीक है जी। सो ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਫॉर ਦੀ ਡੈਂਪਡ ਸਿੰਪਲ ਹਾਰਮੋਨਿਕ ਆਸਿਲੇਟਰ ਉਹ ਇਸ ਫਾਰਮ ਦੇ ਵਿੱਚ ਹੋਏਗੀ। ਉਹਨੂੰ ਆਪਾਂ ਥੋੜਾ ਜਿਹਾ ਰੀਪੈਰਾਮੀਟਰਾਈਜੇਸ਼ਨ ਕੀਤੀ ਹੈ ਬੇਟਾ। ਉਸ ਤੋਂ ਬਾਅਦ ਜਿਹੜੀ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਸ ਕੇਸ ਵਿੱਚ ਆਪਣੇ ਕੋਲ ਕੀ ਹੋ ਜਾਏਗਾ, ਸੋਲੂਸ਼ਨ ਆਫ ਦੀ ਇਕੁਏਸ਼ਨ ਸ਼ੁੱਡ ਬੀ ਆਫ ਦੀ ਫਾਰਮ x a e raised par alpha t। ਸੋ ਇਹਦਾ ਜਿਹੜਾ ਕਾਂਸਟੈਂਟ ਜਿਹੜਾ ਫੈਕਟਰ ਹੈ ਇਹ ਤੁਹਾਡੇ ਕੋਲ ਪੈਰਾਮੀਟਰ ਹੋਣੇ ਚਾਹੀਦੀ ਹੈ। ਇਟ ਮੇ ਬੀ ਟੂ ਪੈਰਾਮੀਟਰਸ ਆਫ वन ਪੈਰਾਮੀਟਰ। ਇਟਸ ਸਿੰਪਲ ਆਪਣੇ ਕੋਲ ਕੀ ਹੈ x should be equal to a e raised par alpha t ਬਿਕੋਜ਼ ਆਪਣੀ ਆਸਿਲੇਸ਼ਨ ਵਿਦ ਟਾਈਮ ਟਾਈ ਆਊਟ ਕਰਨੀ ਚਾਹੀਦੀ ਹੈ। ਇਸ ਕਰਕੇ ਐਕਸਪੋਨੈਂਸ਼ੀਅਲ ਫੈਕਟਰ ਜ਼ਰੂਰੀ ਹੈ ਇਸ ਕੇਸ ਵਿੱਚ। As already said, since an exponential term is always dimensionless, a has the dimensions of x। ਹੁਣ ਇਹਦੇ ਵਿੱਚ ਕੀ ਹੈ x is equal to a e raised par alpha t ਲਿਖਿਆ ਹੋਇਆ ਬੇਟਾ। ਜਿਹੜਾ ਐਕਸਪੋਨੈਂਸ਼ੀਅਲ ਫੈਕਟਰ ਹਮੇਸ਼ਾ ਹੀ ਡਾਈਮੈਂਸ਼ਨਲੈਸ ਕੁਆਂਟੀਟੀ ਹੁੰਦੀ ਹੈ। ਸੋ ਇਹਦੇ ਡਾਈਮੈਂਸ਼ਨ ਜਿਹੜੇ ਹੋਣਗੇ ਉਹ x ਦੇ ਹੋਣਗੇ। ਸੋ x ਵੀ ਕੀ ਹੈ ਆਪਣੇ ਕੋਲ ਜਿਹੜਾ a ਹੈ ਆਪਣੇ ਕੋਲ ਐਂਪਲੀਟਿਊਡ ਹੋਏਗਾ ਆਸਿਲੇਸ਼ਨ ਦਾ। ਹੁਣ ਆਪਣੇ ਕੋਲ ਕੀ ਹੈ ਬਿਕੋਜ਼ ਆਪਾਂ ਮੰਨ ਕੇ ਚੱਲੇ ਆ ਕਿ ਜਿਹੜਾ x a e raised par alpha t ਜਿਹੜਾ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਹੈ। ਤਾਂ ਅਗਰ ਸੋਲੂਸ਼ਨ ਹੈ ਤਾਂ ਇਸ ਇਕੁਏਸ਼ਨ ਨੂੰ ਸੈਟੀਸਫਾਈ ਜ਼ਰੂਰ ਕਰੇਗਾ। ਸੋ ਇਟਸ ਈਦਰ ਸੈਕੰਡ ਆਰਡਰ ਡੈਰੀਵੇਟਿਵ ਐਂਡ ਫਰਸਟ ਆਰਡਰ ਡੈਰੀਵੇਟਿਵ ਕਰਕੇ ਆਪਾਂ ਇਸ ਇਕੁਏਸ਼ਨ ਦੇ ਵਿੱਚ ਬੈਕ ਪੁੱਟ ਕਰਾਂਗੇ ਐਂਡ ਵੀ ਵਿਲ ਟਰਾਈ ਟੂ ਫਿਗਰ ਇਟ ਆਊਟ ਵਾਟ ਇਜ਼ a ਐਂਡ ਵਾਟ ਇਜ਼ alpha। ਸੋ ਇਹਦੀ ਫਰਸਟ ਆਰਡਰ ਡੈਰੀਵੇਟਿਵ ਐਂਡ ਸੈਕੰਡ ਆਰਡਰ ਡੈਰੀਵੇਟਿਵ ਆਪਾਂ ਫਾਈਂਡ ਆਊਟ ਕੀਤਾ ਬੇਟਾ। ਸਿੰਪਲ ਇਕੁਏਸ਼ਨ ਹੈ, ਪਲੱਸ 2 ਦਾ ਕਨਸੈਪਟ ਹੈ, ਤੁਸੀਂ ਪੜਿਆ ਹੋਇਆ ਡੈਰੀਵੇਟਿਵ ਕੱਢਣਾ। ਉਸ ਤੋਂ ਬਾਅਦ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਆਪਾਂ ਸਾਈਮਲਟੇਨੀਅਸਲੀ ਫਿਲ ਕਰਾਂਗੇ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਐਂਡ ਆਪਣੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਇਵੋਲਵ ਹੋਏਗੀ ਬਿਕੋਜ਼ ਐਂਪਲੀਟਿਊਡ ਆਪਾਂ ਨਾਨ ਜ਼ੀਰੋ ਹੈ। ਸੌਰੀ, ਬਿਕੋਜ਼ ਆਪਣਾ ਜਿਹੜਾ ਐਂਪਲੀਟਿਊਡ ਹੈ ਆਸਿਲੇਸ਼ਨ ਦਾ ਇਟ ਇਜ਼ ਨਾਨ ਜ਼ੀਰੋ ਐਂਡ ਜਿਹੜਾ ਉਸ ਤੋਂ ਬਾਅਦ ਆਪਣੇ ਕੋਲ ਕੀ ਆਏਗਾ e raised par alpha t ਵੀ ਇਸ ਕੇਸ ਵਿੱਚ ਆਪਣੇ ਕੋਲ ਨਾਨ ਜ਼ੀਰੋ ਆਪਾਂ ਕੰਸੀਡਰ ਕਰ ਲੈਨੇ। ਠੀਕ ਹੈ, ਇਸ ਕਰਕੇ ਆਪਣੇ ਕੋਲ ਕੀ ਹੋਏਗਾ alpha square plus 2b into alpha plus omega square it should turn out to be 0। ਠੀਕ ਹੈ ਜੀ। So which is a quadratic equation in alpha। तो alpha square ਦੇ ਵਿੱਚ alpha ਦੇ ਵਿੱਚ quadratic equation ਹੈ ਜਿਸ ਨੂੰ ਆਪਾਂ ਸੋਲਵ ਆਊਟ ਕਰਨ ਦੀ ਗੱਲ ਕਰਾਂਗੇ। alpha ਜਿਹੜਾ ਹੈ ਇਹਦਾ ਰੂਟ ਹੋਏਗਾ -b plus minus square b square minus 4ac divided by 2 of a। ਇਹਦਾ ਜਿਹੜਾ ਰੂਟ ਹੁੰਦਾ ਹੈ ਉਹਦੇ ਕੋਰਸਪੋਂਡਿੰਗ ਆਪਾਂ ਇਹਨੂੰ ਸੋਲਵ ਕੀਤਾ ਹੋਇਆ। तो ਅਲਟੀਮੇਟਲੀ ਆਪਣੇ ਕੋਲ ਜਿਹੜਾ alpha ਜਿਹੜਾ ਆਪਣਾ ਇਸ ਚੀਜ਼ ਦਾ ਰੂਟ ਜਿਹੜਾ quadratic equation ਦੇ ਜਿਹੜੇ ਰੂਟ ਹੈ ਇਸ ਦੇ ਅਕੋਰਡਿੰਗ ਹੋਣਗੇ। ਰੂਟਸ ਕੀ ਹੋਣਗੇ -b plus minus square root b square minus omega square। ਜਿਹੜਾ ਸਟ੍ਰੈਂਥ ਦਾ ਕਨਸੈਪਟ ਹੈ ਉਹੀ ਲਗਾਇਆ ਹੋਇਆ ਬੇਟਾ how to find out roots of a quadratic equation। ਹੁਣ ਆਪਾਂ ਇਹਦੀ ਜਿਹੜੀ ਵੈਲਿਊਜ਼ ਵਗੈਰਾ ਹੈ ਬੈਕ ਪੁੱਟ ਕਰ ਦਿੰਦੇ ਆ ਬੇਟਾ। ਠੀਕ ਹੈ ਜੀ। ਹੁਣ ਆਪਾਂ ਕੀ ਪੁੱਟ ਕੀਤਾ ਸੀਗਾ b is equal to 2b is equal to r divided by m। so r divided by m is equal to 2b। ਇਸ ਕਰਕੇ b ਦੀ ਵੈਲਿਊ ਕੀ ਹੋਗੀ ਬੇਟਾ r divided by 2m ਦੇ ਬਰਾਬਰ ਹੋਗੀ। तो ਇਹਦੇ ਵਿੱਚ b ਦੀ ਵੈਲਿਊ ਵਗੈਰਾ ਫਿਲ ਕਰੋ, ਓਮੇਗਾ ਦੀ ਵੈਲਿਊ ਫਿਲ ਕਰੋ ਐਂਡ ਅਲਟੀਮੇਟਲੀ ਆਪਣੇ ਕੋਲ ਜਿਹੜੇ ਰੂਟਸ ਆ ਆਪਣੇ ਕੋਲ ਆ ਜਾਣਗੇ ਜਿਹੜੇ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲੂਸ਼ਨ ਹੋਣਗੇ ਉਹਦੇ ਕੋਰਸਪੋਂਡਿੰਗ। So there are two solutions, one is corresponding to plus sign, second one is corresponding to minus sign। So therefore the solution of the equation is in its complete form। और अपने कोल की है बेटा सेकंड ऑर्डर डिफरेंशियल इक्वेशन है। इस करके अपने कोल की होंगे दो कांस्टेंट आएंगे, वन विल बी a1 सेकंड वन विल बी a2 एंड अल्फा 1 एंड अल्फा 2 अपने कोल कांस्टेंट आएंगे। ठीक है जी। तो याद रखियो बेटा जिन्ने ऑर्डर की डिफरेंशियल इक्वेशन होएगी उन्ने ही अपने कोल कांस्टेंट वैल्यूज आएंगे, उन्ने ही पैरामीटर आएंगे। सो a1 एंड a2 आर द टू कांस्टेंट्स हैविंग द डायमेंशंस ऑफ x। तो ਇਹਨਾਂ ਦੇ ਵਿੱਚ ਆਪਾਂ ਵੈਲਿਊਜ਼ ਵਗੈਰਾ ਲਿਖੀਆਂ ਹੋਈਆਂ a1 e raised par alpha 1 into t plus a2 into e raised par alpha 2 into t ਦੇ ਕੋਰਸਪੋਂਡਿੰਗ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਲਿਖਿਆ ਹੈ ਬਿਕੋਜ਼ ਸੈਕੰਡ ਆਰਡਰ ਹੈ ਇਸ ਕਰਕੇ ਆਪਣੇ ਕੋਲ ਦੋ ਪੈਰਾਮੀਟਰ ਆਣਗੇ। ठीक है जी। The equation gives the general solution of the differential equation of a damped simple harmonic mechanical oscillator। It describes the oscillations produced by the damped oscillator and the nature of the oscillations is determined by the exponential part of the equation। तो oscillations किस तरह दी होंगी ये सारा पार्ट कौन डिसाइड करेगा a वाला फैक्टर whether it is positive because a पॉजिटिव ना होएगा या नेगेटिव होएगा तो कौन डिसाइड करेगा ये कॉम्प्लेक्स होएगा या रियल होएगा ये कौन डिसाइड करेगा a वाला फैक्टर। तो a वाला फैक्टर जो है r² डिवाइडेड बाय 4m² माइनस s डिवाइडेड बाय m। अगर इस a नंबर पॉजिटिव होएगा तो अपने को रियल सॉल्यूशन होएगा, अगर ये नंबर नेगेटिव हो गया तो स्क्वायर रूट ऑफ -1 इज इमेजिनरी नंबर आयोटा आ जाएगा। इस करके अपने को अलग चीज आ जाएगी। So depending on the relative values of the r² divided by 4m² minus s divided by m
the damping is of the following types. अगर a वाला नंबर पॉजिटिव होएगा, मतलब r square divided by 4m square is bigger than s divided by m. This implies that the damping resistance, मतलब damping force ਜਿਹੜੀ ਹੈ, ਜਿਹੜਾ ਕਿ 2b ਆਪਾਂ ਕੰਸੀਡਰ ਕੀਤਾ ਸੀਗਾ, ਉਸ ਕੇਸ ਦੇ ਵਿੱਚ damping force is greater than the restoring force, मतलब damping ਜ਼ਿਆਦਾ ਹੋ ਰਹੀ ਹੈ। ठीक है, मतलब ਤੁਹਾਡੀ ਜਿਹੜੀ ਵੈਲਿਊ ਜਿਹੜਾ ਮੋਸ਼ਨ ਹੈ ਉਹਨੂੰ ਰੈਜ਼ਿਸਟੈਂਸ ਜ਼ਿਆਦਾ ਹੋ ਰਹੀ ਹੈ ਐਜ਼ ਕੰਪੇਅਰ ਟੂ ਰੀਸਟੋਰਿੰਗ ਫੋਰਸ। So distance term dominates the stiffness term. To investigate the nature of the damping, let us denote. ਇਸ ਕਰਕੇ ਆਪਾਂ ਕੀ ਕਰਾਂਗੇ ਬੇਟਾ, AC ਨੂੰ ਚੈੱਕ ਕਰਨ ਦੇ ਲਈ ਆਪਣੇ ਕੋਲ ਕੀ ਆਏਗਾ, AC ਨੂੰ ਆਪਾਂ ਬੈਕ ਪੁੱਟ ਕਰਦੇ ਆ r ਡਿਵਾਈਡਡ ਬਾਈ 2m ਨੂੰ ਆਪਾਂ b ਮੰਨ ਕੇ ਚੱਲੀਏ ਐਂਡ AC ਜਿਹੜੀ ਸਕੁਅਰ ਰੂਟ ਵਾਲੀ ਟਰਮ ਹੈ ਉਹਨੂੰ ਆਪਾਂ q ਮੰਨ ਕੇ ਚੱਲਦੇ ਆ। ਸੋ r ਡਿਵਾਈਡਡ ਬਾਈ 2m ਇਟ ਇਜ਼ ਇਕੁਅਲ ਟੂ p ਐਂਡ ਹੋਲ ਆਫ ਦੀ ਥਿੰਗ that is next after the plus sign it is equal to q. So minus p plus q into t ਜਿਹੜਾ ਹੋਏਗਾ AC ਕੇਸ ਦੇ ਵਿੱਚ ਆਪਾਂ ਸੋਲੂਸ਼ਨ ਦੇ ਵਿੱਚ ਆਪਾਂ ਪੁੱਟ ਕਰਾਂਗੇ। ਸੋ x is equal to a1 e raised to power minus p plus q and minus p minus q ਦੇ ਕੋਰਸਪੋਂਡਿੰਗ ਆਪਣੇ ਕੋਲ ਕੁਐਸਚਨ ਆ ਜਾਏਗੀ। ਸੋ ਇਸ ਚੀਜ਼ ਦੇ ਵਿੱਚ ਆਪਾਂ ਜਿਹੜਾ ਕਾਮਨ ਫੈਕਟਰ ਬਾਹਰ ਕੱਢ ਲਿਆ ਬੇਟਾ। ਨਾਓ ਹੁਣ ਇਸ ਕੇਸ ਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਬੇਟਾ ਅਲਟੀਮੇਟਲੀ ਆਪਣੇ ਕੋਲ ਕੀ ਆ ਗਿਆ ਬੇਟਾ। ਸੋ ਇਸ ਚੀਜ਼ ਨੂੰ ਸੋਲਵ ਕੀਤਾ ਜਾ ਸਕਦਾ ਹੈ। ਹੁਣ ਦੇਖੋ ਬੇਟਾ e रेस्ट पर ਕੀ ਲਿਖਿਆ ਹੋਇਆ ਇਹਨਾਂ ਨੇ, ਓਕੇ। ਸੋ ਇਹਦੀ ਵੈਲਿਊਜ਼ ਵਗੈਰਾ ਲਿਖੀਆਂ ਹੋਈਆਂ ਉਹਦੇ ਵਿੱਚ ਆਪਾਂ ਬੈਕਪੁੱਟ ਕਰਕੇ ਦੇਖ ਸਕਦੇ ਹਾਂ। ਸੋ e रेस्ट पर qt ਆਪਾਂ ਲਿਖਿਆ ਹੋਇਆ ਬੇਟਾ, qt ਦੇ ਕੋਰਸਪੋਂਡਿੰਗ ਇਹਦੀ ਵੈਲਿਊਜ਼ ਵਗੈਰਾ ਲਿਖੀਆਂ ਹੋਈਆਂ ਉਹਦੀ ਆਪਾਂ ਬੈਕਪੁੱਟਿੰਗ ਕਰਾਂਗੇ। ਬਾਕੀ ਸਾਰੇ ਦਾ ਸਾਰਾ ਪਾਰਟ ਆਪਾਂ ਸੋਲਵ ਕਰਨ ਦੀ ਗੱਲ ਕਰਾਂਗੇ। ਤੇ ਜਿਹੜੀ e रेस्ट पर x ਹੈ ਉਹਨੂੰ cos ਦੀ ਟਰਮ ਦੇ ਵਿੱਚ ਲਿਖਿਆ ਹੋਇਆ, ਉਸ ਤੋਂ ਬਾਅਦ ਜਿਹੜਾ e रेस्ट पर -qt ਹੈ ਉਹਨੂੰ cos ਐਂਡ sin ਦੀ ਟਰਮ ਦੇ ਵਿੱਚ ਲਿਖਿਆ ਹੈ, ਉਹਨੂੰ ਆਪਾਂ ਬੈਕਪੁੱਟ ਕਰਕੇ ਉਹਦਾ ਰਿਜ਼ਲਟ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਅਲਟੀਮੇਟਲੀ ਆਪਾਂ ਇਹਨਾਂ ਦੀ ਵੈਲਿਊਜ਼ ਵਗੈਰਾ ਬੈਕਪੁੱਟ ਕਰਾਂਗੇ ਤਾਂ ਆਪਣੇ ਕੋਲ ਕੀ ਹੈ, ਇਹਨਾਂ ਦੀ a1 ਐਂਡ a2 ਆਪਣੇ ਕੋਲ ਸੈਪਰੇਟ ਆਊਟ ਹੋ ਜਾਣਗੇ। cos of qt ਐਂਡ sin of qt ਦੇ ਕੋਰਸਪੋਂਡਿੰਗ ਆਪਣੇ ਕੋਲ ਕੁਐਸਚਨ ਆਏਗੀ। ਇਹਨਾਂ a1 plus a2 ਦੋਨੋਂ ਬਹੁਤ ਕਾਂਸਟੈਂਟ ਹੈ, ਇਸ ਕਰਕੇ ਆਪਾਂ ਨੂੰ ਰੀਨੇਮ ਕਰਦੇ ਆ। a1 ਐਂਡ a2 ਨੂੰ ਆਪਾਂ c ਲਿਖ ਦਿੰਦੇ ਆ, ਅਗਰ ਮਾਈਨਸ ਸਾਈਨ ਦਾ ਤਾਂ ਆਪਾਂ d ਲਿਖ ਦਿੰਦੇ ਆ। ਸੋ ਆਪਣੇ ਕੋਲ ਇੱਕ ਨਵੀਂ ਟਰਮ ਆ ਜਾਏਗੀ ਜਿਹੜੀ ਕਿ ਇਸ ਦੀ ਕੋਰਸਪੋਂਡਿੰਗ ਹੋਏਗੀ। ਸੋ ਅਗਰ ਆਪਾਂ ਬੈਕ ਜਿਹੜੀ pa ਐਂਡ q ਦੀ ਵੈਲਿਊ ਜਿਹੜੀ ਹੈ ਉਹਦੀ ਬੈਕਪੁੱਟ ਕਰ ਦਈਏ ਤਾਂ ਆਪਣੇ ਕੋਲ ਇਸ ਤਰ੍ਹਾਂ ਦਾ ਸੋਲੂਸ਼ਨ ਐਗਜ਼ਿਸਟ ਕਰੇਗਾ। So from the equation 2.27 ਕੀ ਹੋਏਗਾ, it follows that when r square divided by 4m square is greater than s divided by m, the displacement is no longer remains a periodic function of time. It is because cos and sin function are non-periodic function. ਹੁਣ ਆਪਣੇ ਕੋਲ ਜਿਹੜੀ displacement ਹੈ ਜਾਂ amplitude ਹੈ oscillation ਦਾ ਉਹ ਕੀ ਹੋਏਗਾ ਬੇਟਾ, वो की हो जाएगा अपने को cos एंड sin के ऊपर डिपेंड करेगा, ਜਿਹੜੇ ਕਿ नॉन पीरियोडिक फंक्शंस है, ਇਹ हाइपरबोलिक नहीं लाना तक sin एंड cosine टर्म्स। ट्रिग्नोमेट्री फंक्शन अपने को पीरियोडिक ਹੁੰਦੇ ਹੈ लेकिन हाइपरबोलिक फंक्शन नॉन पीरियोडिक ਹੁੰਦੇ ਹੈ। ਇਸ ਕਰਕੇ ਜਿਹੜੀ ਅਗਰ sin ਤੁਹਾਡੇ ਐਕਸਪ੍ਰੈਸ਼ਨ ਦੇ ਵਿੱਚ sin एंड cosine ਆ ਰਿਹਾ ਹੈ ਤਾਂ ਉਸ ਕੇਸ ਦੇ ਵਿੱਚ ਆਪਣੇ को नॉन पीरियोडिक मोशन आएगा, मतलब कि अपनी ਜਿਹੜੀ oscillation बहुत जल्दी डाइवर्ट कर देनी है। Therefore variation of the displacement x with time is non-oscillatory in nature and presence of the term add a factor है presence of the term in the expression for x makes the displacement to decay to zero exponentially. So ये वाला फैक्टर ਜਿਹੜਾ डोमिनेट कर देगा and ਇਹਨੂੰ decay करवा देगा towards the zero and ਜਿਹੜਾ x and t ਦਾ ग्राफ है वो इस तरह ਦਾ आएगा ਜਿਹੜਾ कि अपन को देखा जाता है। So this is called heavily damped or over damped oscillator. तो ये terminology है when r square divided by 4m square is greater than s divided by m, तो इस टर्म में अपन की बोलेंगे heavily damped case। ठीक है बेटा, it implies that वो दूसरा केस किया जाता है बेटा जो अपने को दोनों फोर्स से बराबर हो जाती है, that is when resistive force and restoring force are both equal in magnitude। तो उस केस में क्या हो जाएगा, damping resistance term balances the stiffness term। तो उस केस में क्या हो जाएगा, r square divided by 4m square is equal to s divided by उस केस में जो स्क्वायर रूट के टर्म्स ही बेटा वो सारी जीरो हो जाएगी। so we can put x is equal to e raised to power minus pt and a1 e raised to power 0 and a2 e raised to power minus 0 ਦੇ ਬਰਾਬਰ ਆ ਜਾਏਗਾ। so ਇਹ ਵਾਲੀ ਸਾਰੀ ਟਰਮ ਆਪਣੀ ਜਿਹੜੀ ਹੈ, ये वाली सारी टर्म बेटा ਜਿਹੜੀ q वाली है q will turn out to be 0, बाकी सारा पार्ट नॉन जीरो होएगा। सो e raised to power 0 is equal to 1 a1 plus a2 बचेगा बेटा अल्टीमेटली अपने को। so it will turn out to be अपने को की बचा a1 plus a2 into e raised to power minus pt। so it can be written as a1 plus a2 can be written in terms of c e raised to power minus pt ਦੇ ਬਰਾਬਰ ਆ ਗਿਆ, x is equal to c e raised to power minus r divided by 2m into t ਦੇ ਬਰਾਬਰ ਆ ਗਿਆ। this is in fact the limiting case of heavily damped motion and it cannot be accepted as a valid solution of the differential equation of the simple harmonic motion।
So limiting case है heavily damped oscillation, it cannot be accepted as valid solution. It is because since differential equation is second degree differential equation, its solution must contain two constant. ਹੁਣ ਇੱਥੇ ਆਪਣੇ ਕੋਲ ਸਿਰਫ ਇੱਕ constant ਆਇਆ ਬੇਟਾ, ultimately ਆਪਣੇ ਕੋਲ ਕਿੰਨੇ constant ਹੋਣੇ ਚਾਹੀਦੇ ਆ, ਦੋ, ਇਸ ਕਰਕੇ ਆਪਾਂ accept ਨਹੀਂ ਕਰ ਸਕਦੇ ਐਸਾ, ਇਹਦੇ ਵਿੱਚ ਕੁਝ ਹੋਰ ਪੈਰਾਮੀਟਰਾਈਜ਼ੇਸ਼ਨ ਕਰਨੀ ਪਏਗੀ. To find a valid solution, the instead of r square divided by 4m square being equal to s divided by m, we consider the term r square divided by 4m square is slightly greater than s divided by m. मतलब कि ਇਹਨੂੰ exactly equal ਨਹੀਂ ਕਰਦੇ, ਆਪਾਂ ਥੋੜਾ ਜਿਹਾ ਇਹਨੂੰ greater than ਕਰ ਦਿੰਦੇ ਆ and ਆਪਣੇ ਵਿੱਚ ਡੈਲਟਾ ਪੈਰਾਮੀਟਰ ਲਗਾ ਦਿੰਦੇ ਆ, मतलब कि ਜਿਹੜਾ q ਹੈ exactly 0 ਨਹੀਂ ਹੈ, it is a very very small number. अगर स्मॉल नंबर आ गया तो उसके बीच a वाला फैक्टर नॉन जीरो हो जाएगा, ठीक है जी, डेल्टा अपने को नॉन जीरो हो जाएगा एंड अल्टीमेटली अपने को जो इक्वेशन है वो सेटिस्फाई होएगी. इस केस में की लिखा है बेटा एक्सपोनेंशियल e रेज़ टू डेल्टा t आ गया, x इज फार लेस देन 1, उस केस में अपन एक्सपेंशन कर सकते हैं 1 + x स्क्वायर डिवाइडेड बाय 2 फैक्टोरियल प्लस x क्यूब डिवाइडेड बाय 3 फैक्टोरियल एंड सो ऑन. उन्हें सारे दी वैल्यूज वगैरह लेके अपन सॉर्ट आउट कर सकते हैं. फर्स्ट ऑर्डर तक अपन रखेंगे 1 + डेल्टा t एंड 1 - डेल्टा t तक, बाकी सारे फैक्टर नेग्लेक्ट because delta is far less than 1. इस केस में अपने को किया डेल्टा स्क्वायर नेग्लेक्ट, डेल्टा क्यूब भी नेग्लेक्ट कर देता, बाकी सारे फैक्टर अपन कैंसिल आउट कर देते हैं. सो a1 + a2 अपन a प्राइम मान लिया, a1 - a2 अपने को b प्राइम मान लिया एंड अपने को a वाली पैरामीटराइजेशन दी कॉरेस्पोंडिंग अपने को दो फैक्टर आ जाएंगे, दैट इज a प्राइम एंड b प्राइम, जेड़ा कि अपने सेकंड ऑर्डर डिफरेंशियल इक्वेशन के लिए चाहिए. इनकी वैल्यू वगैरह फिल आउट करके देख लो बेटा. अल्टीमेटली while the constant a prime has the dimensions of length, और a prime जेड़ा है वो की है, a वाला फैक्टर दा डायमेंशनलेस हो गया बेटा, e raised to minus bt वाला, a prime दे डायमेंशन की होंगे लेंथ दे, लेकिन b प्राइम जेड़ा है ओदी डायमेंशन की हो जाएगी वेलोसिटी दे बेटा, बिकॉज़ b प्राइम इज इक्वल इनटू t इज इक्वल टू x, इसका के b प्राइम विल बी इक्वल टू x डिवाइडेड बाय t, इसका के डायमेंशन जेड़े है वेलोसिटी वाले हो जाएंगे. It follows that the behavior of the system is non-oscillatory in nature. ਹੁਣ ਆਪਣੇ ਕੋਲ ਇਹ ਵੀ है, ये एक्सपोनेंशियल फैक्टर है बेटा, ये नॉन ऑसिलेटरी है, ऑसिलेटरी नहीं रहेगा. इट इज बिकॉज़ x is not expressed as sin or cosine terms of time. The presence of the factor in the expression makes the displacement to decay to zero exponentially, but now comparatively is much larger times due to the presence of the factor. ਹੁਣ ਇਹਦੇ ਵਿੱਚ ਕੀ ਹੈ, ਜ਼ਿਆਦਾ ਟਾਈਮ लगेगा at time t is equal to 0. if the displacement is maximum, the displacement will vary with time as shown in the figure. तो इस केस ਵਿੱਚ अगर ਆਪਾਂ मैक्सिमम मान के चलिए टाइम t is equal to 0 ਦੇ ਆਪਣੇ ਕੋਲ एक्सट्रीम पोजीशन ਤੇ ਆਪਾਂ ਬੈਠੇ ਹੋਏ ਤਾਂ ਉਸ केस ਵਿੱਚ अगर ਆਪਣੀ ऑसिलेशन ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਆਪਣੇ ਕੋਲ ਰਿਜ਼ਲਟ ਆਏਗਾ. ਜਿਹੜਾ ਪਹਿਲਾ ਵਾਲਾ ਗ੍ਰਾਫ ਸੀਗਾ ਉਹ ਬਿਲਕੁਲ ਅਲੱਗ ਸੀਗਾ. ਤੁਸੀਂ ਦੇਖ ਸਕਦੇ ਹੋ ਬਹੁਤ ਜਲਦੀ ਇਹ ਜਿਹੜਾ ਐਕਸਪੋਨੈਂਸ਼ੀਅਲ ਫੈਕਟਰ ਸੀਗਾ ਉਹਦੇ ਵਿੱਚ ਇੱਕ ਜਿਹੜੀ ਟਰਮ ਸੀਗੀ ਸਿੰਪਲ ਦਿੱਤੀ ਹੋਈ ਸੀ, ਲੇਕਿਨ ਇਹਦੇ ਵਿੱਚ ਜਿਹੜੀ ਹੈ ਐਕਸਪੋਨੈਂਸ਼ੀਅਲ ਫੈਕਟਰ ਸੀਗਾ, ਇਹਦੇ ਵਿੱਚ a + b * t ਵਾਲਾ ਫੈਕਟਰ ਵੀ ਆ ਗਿਆ ਬੇਟਾ, ਠੀਕ ਹੈ ਜੀ. So decay to zero exponentially, but now comparatively is much larger time. In much larger time, तो time ज़्यादा large हो जाएगा इस केस में. So ज़्यादा time लगेगा. So when r square is divided by 4m square is less than s by m, तो अगर अपनी damping force जड़ी है resistance घट है as compared to restoring force, उस केस ਵਿੱਚ ਕੀ ਹੋ ਜਾਏਗਾ, ਇਹਨੂੰ ਆਪਾਂ ਕਹਾਂਗੇ lightly damped. जब ਜਿਹੜਾ ਆਪਾਂ ਪਹਿਲਾ ਕੇਸ ਕੰਸੀਡਰ ਕੀਤਾ ਜਿਹਦੇ ਵਿੱਚ ਆਪਾਂ ਇਕੁਅਲ ਟੂ ਸਾਈਨ ਪਾਇਆ ਸੀ, ਉਹਨੂੰ ਆਪਾਂ ਕ੍ਰਿਟੀਕਲੀ ਡੈਂਪਡ ਜਾਂ ਡੈਡ ਬੀਟ ਸਿਸਟਮ ਵੀ ਕਿਹਾ ਜਾਂਦਾ. ਸੋ ਲਾਈਟਲੀ ਡੈਂਪਡ ਦੇ ਕੇਸ ਵਿੱਚ ਆਪਣੇ ਕੋਲ ਰੀਸਟੋਰਿੰਗ ਫੋਰਸ ਜ਼ਿਆਦਾ ਡੋਮੀਨੇਟ ਕਰੇਗੀ ਐਸ ਕੰਪੇਅਰ ਟੂ ਰੈਜ਼ਿਸਟਿਵ ਫੋਰਸ. ਉਸ ਕੇਸ ਵਿੱਚ ਆਪਣੇ ਕੋਲ ਕੀ ਹੋ ਜਾਏਗਾ, ਇਹ ਵਾਲਾ ਸਾਈਨ ਜਿਹੜਾ ਹੈ ਨੈਗੇਟਿਵ ਹੋ ਜਾਏਗਾ. ਅਲਟੀਮੇਟਲੀ ਆਪਣੇ ਕੋਲ ਕੀ ਹੈ, ਨੈਗੇਟਿਵ ਸਾਈਨ ਨੂੰ ਆਪਾਂ ਬਾਹਰ ਕੱਢ ਲਿਆ ਐਂਡ ਉਹਨੂੰ ਇਓਟਾ ਦੀ ਫਾਰਮ ਦੇ ਵਿੱਚ ਲਿਖ ਲਿਆ, ਇਟ ਕੈਨ ਬੀ ਰਿਟਨ ਐਜ਼ ਇਓਟਾ * ਓਮੇਗਾ ਪ੍ਰਾਈਮ. ਉਸ ਕੇਸ ਵਿੱਚ ਆਪਾਂ ਇਹਨੂੰ ਰੀਰਾਈਟ ਕਰ ਰਹੇ ਹਾਂ ਰਾਦਰ ਦੈਨ ਸਿੰਪਲੀ ਰਾਈਟਿੰਗ ਇਟ ਐਜ਼ q. ਆਪਾਂ ਇੱਥੇ ਕੀ ਕੀਤਾ, ਇਓਟਾ * ਓਮੇਗਾ ਪ੍ਰਾਈਮ ਕਰ ਦਿੱਤਾ, ਬਿਕॉज ਇਹ ਵਾਲੇ ਫੈਕਟਰ ਆਪਣੇ ਕੋਲ ਨੈਗੇਟਿਵ ਆ ਗਿਆ. ਸੋ 2 - 4 ਇਜ਼ ਆਲਵੇਜ਼ ਇਕੁਅਲ ਟੂ -2, ਠੀਕ ਹੈ ਜੀ. ਇਸ ਕਰਕੇ ਆਪਾਂ ਇਹਨੂੰ ਇਸ ਫਾਰਮ ਦੇ ਵਿੱਚ ਲਿਖ ਰਹੇ ਹਾਂ. तो अल्टीमेटली बाकी ਜਿਹੜੇ ਫੈਕਟਰ ਆਪਣੇ ਕੋਲ ਸੋਲਵ ਆਊਟ ਹੋ ਗਏ, ਬਾਹਰ ਆਉਂਦੇ ਕਾਮਨ ਬਾਹਰ ਕੱਢ ਦੇ ਵੇਖਣਾ, ਬਾਕੀ ਸਾਰੇ ਫੈਕਟਰ ਐਸਾ ਚ e raised by iota omega t ਨੂੰ ਆਪਾਂ cos of omega t plus iota omega prime iota omega sin of omega t, तो ਇਹਨੂੰ ਇਸ ਫਾਰਮ ਦੇ ਵਿੱਚ ਲਿਖਿਆ ਹੋਇਆ ਬੇਟਾ. ਅਲਟੀਮੇਟਲੀ ਇਹਨੂੰ ਸੋਲਵ ਆਊਟ ਕਰਕੇ ਤੁਸੀਂ ਲਿਖ ਸਕਦੇ ਹੋ a1 plus a2, ਇਹਨੂੰ ਕੀ ਹੈ ਬੇਟਾ a0 cos of phi ਕਹਿ ਦਿਓ, a1 minus a2 ਨੂੰ ਆਪਾਂ ਕੀ ਹੈ a0 sin of phi ਕਹਿ ਦਿਓ. तो अल्टीमेटली ਤੁਸੀਂ ਇਹਨੂੰ ਸੋਲਵ ਆਊਟ ਕਰਕੇ ਲਿਖ ਸਕਦੇ ਹੋ ਬੇਟਾ. ਇਸ ਕੇਸ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ. ਤਾਂ ਆਪਣੇ ਕੋਲ ਜਿਹੜਾ ਫੈਕਟਰ ਆਏਗਾ ਇਟ ਵਿਲ ਬੀ cos a minus b ਦਾ ਫੈਕਟਰ ਆ ਜਾਏਗਾ. ਸੋ cos a cos b plus sin a sin b ਦਾ ਫੈਕਟਰ ਆਪਾਂ ਬਣਾਇਆ ਹੋਇਆ ਹੈ. ਇਸ ਫਾਰਮ ਦੇ ਅਕੋਰਡਿੰਗ ਆਪਾਂ ਜਦੋਂ ਵੈਲਿਊ ਵਗੈਰਾ ਪੁੱਟ ਕਰਾਂਗੇ ਤਾਂ ਇਸ ਤਰ੍ਹਾਂ ਦਾ ਫੈਕਟਰ ਆਪਣੇ ਕੋਲ ਇਵਾਲਵ ਹੋ ਜਾਣਗੇ. तो बाकी वैल्यू सारी जितनी भी ਆਪਾਂ यूज कीती है सारी बैक पुट कर दे तो अल्टीमेटली फाइनल एक्सप्रेशन आ जाएगा. तो a0 ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਬੇਟਾ
ਇਹਦੇ ਵਿੱਚ ਕੀ ਹੈ वो साइड स्क्वायर कर दो तो a नॉट स्क्वायर ऊपर भी आ जाएगा नीचे भी आ जाएगा a नॉट स्क्वायर तो cos स्क्वायर 5 प्लस sin स्क्वायर 5 कराएंगे तो 1 आ जाएगा तो वो साइड स्क्वायर करके दोनों साइड दोनों टर्म्स को ऐड कर दोगे तो a नॉट की वैल्यू अपने को आ जाएगी व्हिच इज 2 टाइम्स स्क्वायर रूट ऑफ a1 एड a tan of phi भी कर सकते हो तो अल्टीमेटली जेड़ा हमारा एक्सप्रेशन है वो इस तरह का होएगा इक्वेशन रिप्रेजेंट द ऑसिलेटरी मोशन ऑफ एम्पलीट्यूड जेड़ा इस केस में इक्वेशन कैडी होएगी बेटा इट इज ऑसिलेटरी मोशन लेकिन ਇਹਦੇ ਵਿੱਚ ਕੀ ਹੈ cos टर्म आ गई बेटा और ਜਿਹੜੇ ਕਿਉਂਕਿ ਆਪਣੇ ਕੋਲ ट्रिग्नोमेट्री फंक्शन है पीरियोडिक फंक्शन ਆਪਣੇ ਕੋਲ ਆਏਗਾ ਜਿਹੜਾ ਕਿ ਜਿਹਦੇ ਵਿੱਚ ਦੋ ਟਰਮ ਜੋੜ ਕੇ ਇੱਕ ਪੀਰੀयोडिक फंक्शन ਇੱਕ नॉन पीरियोडिक ਜਿਹੜਾ ਕਿ ਆਪਣੇ ਕੋਲ ਡਿਕੇ ਕਰਵਾਏਗਾ ਵਿਦ टाइम ਇਹ ਚੀਜ਼ ਡਿਕੇ एम्पलीट्यूड ਡਿਕੇ करेगा लेकिन ऑसिलेटरी हो जाएगा ठीक है जी इस करके अपन को इस तरह का बिहेवियर आएगा सो अल्टीमेटली ओवरडैम्प्ड ऑसिलेटर जेड़ा होएगा इस तरह का आ जाएगा ठीक है जी क्रिटिकली डैम्प्ड जेड़ा है सॉरी so that good ग्राफ है बेटा इस अकॉर्डिंग करते बढ़ोगे ठीक है जी so falling okay falling points may be noted about the lightly damped simple harmonic motion it follows the amplitude of the oscillations it follows that amplitude of the oscillation decreases exponentially with time since as in a critical damped oscillator the dependence of amplitude on time is through the same factor oscillations come to rest in almost the same time और exponential factor अपने को सारे भी सेम आ रहे हैं तो इस करके टाइम दोनों का ही सेम होएगा ठीक है जी उस तो बाद की है as the critically damped oscillator takes to return to the initial state at time t is equal to 0 if the displacement is maximum then the displacement will vary with time as shown in the figure to appreciate the difference in the nature of the variation of x with time in the three cases the cause obtained in our damping and critical damping has also been reproduced तो इन्हें तुसी चेक कर सकते हो सारे ऑसिलेटरी बिहेवियर जेड़ा अपने को इसे फॉर्म ਦੇ ਵਿੱਚ ਆਏਗਾ ठीक है जी सो ये वाला ਜਿਹੜਾ ਫੰਡਾ ਹੈ ਇਹਦੇ ਵਿੱਚ ਇਸ ਵਿੱਚ ਹੀ ਆਏਗਾ ਸੋ ਇਹਦੇ ਵਿੱਚ ਇਸ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਇਹਦੇ ਵਿੱਚ ਆਪਣੇ ਕੋਲ ਰੈਜ਼ਿਸਟਿਵ ਫੋਰਸ ਜਿਹੜੀ ਹੈ ਲਾਈਟ ਡੈਂਪਿੰਗ ਹੈ ਔਰ ਅੰਡਰ ਡੈਂਪਿੰਗ ਜਿਹੜਾ ਇਹ ਜਿਹੜੀ ਚੀਜ਼ ਜਾਣਗੇ ਉਹਦੀ ਕੇਸ ਵਿੱਚ ਆਉਂਦਾ ਹੈ ऑसिलेटरी मोशन अंडर लाइटली डैम्प्ड ਦੇ ਕੇਸ ਵਿੱਚ ਵੀ ਆਏਗਾ ठीक है जी तो इसे भी चेक कर सकते हो ਜਿਹਨਾਂ ਨੇ ਇੱਥੇ ਗਲਤ ਬਣਾਇਆ ਹੋਇਆ ਬੇਟਾ ਸੋ ਇਹ ਚੀਜ਼ ਧਿਆਨ ਰੱਖੋ लाइट डैम्पिंग ਜਿਹੜੀ केस है वो ऑसिलेटरी हो जाएगा क्रिटिकल डैम्पिंग इस केस ਦੇ ਵਿੱਚ ਆਏਗੀ बेटा एंड ओवर डैम्पिंग इस केस ਦੇ ਵਿੱਚ आएगी तो इसी कुछ ध्यान रख के चलते बेटा मेरे गलत हो रहा है ठीक है जी फ्रीक्वेंसी ऑफ ऑसिलेशन अपने को चेक की जा सकती है बिकॉज़ ओमेगा प्राइम इज इक्वल टू s डिवाइडेड बाय माइनस r स्क्वायर डिवाइडेड बाय 4m स्क्वायर के बराबर हो जाएगी बेटा ओमेगा प्राइम की होता है बेटा 2 पाई इनटू फ्रीक्वेंसी होता है इस चेक कर सकते हो सिंपल है नॉर्मल ऑसिलेटर के केस ਵਿੱਚ ਕੀ ਹੈ 1/2 पाई स्क्वायर रूट ऑफ s डिवाइडेड बाय ਹੁੰਦਾ ਹੈ ਜਿੱਥੇ ਕਿ ਆਪਣੇ को रीस्टोरिंग फोर्स ओनली ਦਿੱਤੀ ਹੁੰਦੀ ਹੈ लेकिन ਆਪਣੇ को डैम्पिंग फोर्स नहीं ਦਿੱਤੀ ਹੋਈ ਉੱਥੇ ਆਪਣੇ ਕੋਲ ਇਦਾਂ ਦਾ ਕੰਮ ਨਹੀਂ ਹੈ लेकिन ਇੱਥੇ ਕੀ ਆਪਣੇ को रीस्टोरिंग फोर्स करके अपने को फ्रीक्वेंसी घटेगी तो दैट इज फ्रीक्वेंसी ऑफ ऑसिलेशन ऑफ द लाइटली डैम्प्ड ऑसिलेटर इज लाइटली लेस देन दैट ऑफ द अनडैम्प्ड ऑसिलेटर बाकी सारे पैरामीटर देते हुए बेटा frequency of oscillation of the lightly damped oscillator depend on the damping coefficient so ਇਹਦੇ ਕੇਸ ਵਿੱਚ ਕੀ ਹੈ ਜਿਹੜੀ frequency of damping coefficient ਦੇ ਉੱਪਰ ਡਿਪੈਂਡ ਕਰਦੀ ਹੈ r ਦੇ ਉੱਪਰ ਡਿਪੈਂਡ ਕਰਦੀ ਹੈ which in turn depends on the velocity of the oscillator ਜਿਹੜਾ r ਪੈਰਾਮੀਟਰ ਹੈ velocity ਡਿਪੈਂਡ ਕਰੇਗਾ since the velocity of the damping oscillator is will vary with time it follows that frequency of oscillation of lightly damped oscillator does not remain constant that is therefore aperiodic in nature so periodic नहीं तो since amplitude of the oscillation is also not constant amplitude भी constant नहीं है lightly damped oscillation is not simple harmonic motion nature in the true sense तो इधर पेपर पूछ लिया जाता है whether it is true a simple harmonic motion or not ये असल में true simple harmonic motion नहीं है because that amplitude ही time varying है ठीक है जी oscillation जरिए time dependent हो जाती है so एनर्जी ऑफ द ऑसिलेटर इज प्रोपोर्शनल टू द स्क्वायर ऑफ द एम्पलीट्यूड अपन को पता है कि एनर्जी हमेशा स्क्वायर ऑफ द एम्पलीट्यूड के प्रोपोर्शनल होती है इस करके अपन चेक कर सकते हैं सिंस अपने को किया a = a0 e raised to minus r divided by 2m into t देता है तो ये एम्पलीट्यूड है तो स्क्वायर कर दिया तो एनर्जी अपने को आ जानी चाहिए since the exponential term is dimensionless even dimensionless है so e square the unit की होंगे k into a0 square is having the units of energy thus it stands for the energy of the oscillator at time t is equal to 0 and e is called e0 so e can be written in terms of e0 e raised to power minus r divided by m into t the corresponding expression it follows that energy of the lightly damped oscillator depends upon the damping coefficient and does not remain constant with time rather it decreases exponentially with टाइम सो इस ਦੇ ਨਾਲ ਆਪਣਾ ਇਹ ਵਾਲਾ ਟੌਪਿਕ ਬੇਟਾ ਖਤਮ ਹੁੰਦਾ ਹੈ ਬਾਕੀ ਛੋਟੇ ਛੋਟੇ ਨਿਊਮੈਰੀਕਲ ਦਿੱਤੇ ਹੋਏ ਬੇਟਾ ਇਹ ਚੀਜ਼ਾਂ ਯੂਜ਼ ਜ਼ਰੂਰ ਕਰਨੀ ਹੈ ਬੇਟਾ ਸਾਡੇ ਪ੍ਰੋਬਲਮ ਨੰਬਰ 2.03 ਹੈ ਐਂਡ ਪ੍ਰੋਬਲਮ ਨੰਬਰ 2.04 ਹੈ ਇਹਨੂੰ ਤੁਸੀਂ ਜ਼ਰੂਰ ਸੋਲਵ ਕਰਨਾ ਹੈ ਇੱਕ ਦੋ ਪ੍ਰੋਬਲਮ ਹੋਰ ਵੀ ਦਿੱਤੀਆਂ ਹੋਣਗੀਆਂ ਸਾਰੀਆਂ ਪ੍ਰੋਬਲਮ ਤੁਹਾਡੇ ਕੰਮ ਦੀ ਹੈ ਬੇਟਾ ਪੇਪਰ ਚ ਆਉਂਦੀ ਹੈ ਇਸ ਕਰਕੇ ਬੀ ਕੇਅਰਫੁਲ ਅਬਾਊਟ ਦਿਸ ਠੀਕ ਹੈ ਜੀ
उस तो बाद बाकी ਜਿਹੜਾ ਪੋਰਸ਼ਨ ਹੈ ਲੋਗਰਿਥਮਿਕ ਡੈਕਰੀਮੈਂਟ ਆਪਾਂ ਨੈਕਸਟ ਸਟੈਪ ਟਰਾਈ ਕਰਾਂਗੇ। ਸੋ ਕ੍ਰਿਟੀਕਲ ਡੈਂਪਿੰਗ, ਲਾਈਟ ਡੈਂਪਿੰਗ ਐਂਡ ਜਿਹੜੀ ਹੈਵੀਲੀ ਡੈਂਪਿੰਗ ਹੈ, ਇਹ ਵਾਲੇ ਕੇਸ ਤੁਸੀਂ ਪ੍ਰੋਪਰਲੀ ਇਹਨੂੰ ਮੈਥਮੈਟਿਕਲ ਪ੍ਰੋਸੀਜਰ ਜਿਹੜਾ ਆਪਣੀ ਕਾਪੀ ਦੇ ਉੱਪਰ ਲਿਖਣਾ ਹੈ ਐਂਡ ਇਹਨੂੰ ਸੋਲਵ ਕਰਕੇ ਆਪਣੇ ਟਰਾਈ ਕਰਨਾ ਹੈ ਕਿ ਤੁਸੀਂ ਇਹਨੂੰ ਪ੍ਰੋਪਰਲੀ ਸੋਲਵ ਕਰ ਪਾਓ, ਬਿਕੋਜ਼ ਇਹਦੇ ਵਿੱਚ ਮੈਥਮੈਟਿਕਸ ਕਾਫੀ ਜ਼ਿਆਦਾ ਇਨਵੋਲਵ ਹੋ ਜਾਂਦੀ ਹੈ, ਅਦਰਵਾਈਜ਼ ਤੁਸੀਂ ਫੈਕਟਰਸ ਬਣਾਉਣ ਦੇ ਵਿੱਚ ਹੀ ਉਲਝ ਜਾਓਗੇ। ਠੀਕ ਹੈ ਜੀ। ਸੋ ਇਸ ਕੇਸ ਦੇ ਵਿੱਚ ਪੇਪਰ ਦੇ ਵਿੱਚ ਆਣੇ ਹੀ ਆਣੇ ਹੈ 100 ਆਲਮੋਸਟ 99% ਸ਼ੋਰ ਹੁੰਦਾ ਹੈ, 100 ਤਾਂ ਮੈਂ ਕਹਿ ਨਹੀਂ ਸਕਦਾ। तो इस करके बी केयरफुल अबाउट दिस थिंग कि ਤੁਸੀਂ ਇਹਨੂੰ ਪ੍ਰੋਪਰਲੀ ਪੇਪਰ ਦੇ ਵਿੱਚ ਲਿਖ ਪਾਓ, ਤੁਸੀਂ ਇਹਨੂੰ ਸੋਲਵ ਕਰ ਸਕੋ। ਠੀਕ ਹੈ ਬੇਟਾ। तो थैंक यू वेरी मच। अगर कोई डाउट्स ਹੈਗੇ ਜਾਂ ਕੁਐਸਚਨ ਹੈਗੇ ਤਾਂ ਦੱਸੋ। एनी डाउट्स, एनी क्वेश्चन? अगर डाउट्स क्वेश्चन नहीं है बेटा तो ਆਪਾਂ क्लास क्लोज ਕਰਾਂਗੇ। सो इसी ਇਹ ਵਾਲਾ ਆਰਟੀਕਲ बेटा ਤੁਸੀਂ ਆਪਣੀ ਕਾਪੀ ਦੇ ਉੱਪਰ ਲਿਖੋਗੇ, हैंड रिटन करोगे, हाथ ਨਾਲ ਕੰਮ ਕਰੋਗੇ ਤਾਂ ਸੌਖਾ ਰਹੇਗਾ, ਅਦਰਵਾਈਜ਼ ਮੁਸ਼ਕਿਲ ਆ ਜਾਏਗੀ। ਇਸ ਤੋਂ ਬਾਅਦ ਕਾਫੀ ਸਾਰੀਆਂ ਇਹ ਕੁਐਸਚਨਸ ਹੋਣਗੇ ਜਿਨ੍ਹਾਂ ਵਿੱਚ ਆਪਾਂ ਨੂੰ ਲੋਡ ਪਏਗੀ, ਆਪਾਂ ਨੂੰ ਕਾਫੀ ਸਾਰੀ ਡੈਰੀਵੇਸ਼ਨ ਇਨਵੋਲਵਡ ਹੋਏਗੀ, ਤੁਸੀਂ ਉੱਥੇ ਵੀ ਇਹ ਚੀਜ਼ਾਂ ਸੋਲਵ ਕਰਕੇ ਲਿਖਣੀ। ਠੀਕ ਹੈ ਬੇਟਾ। तो थैंक यू वेरी मच, सी यू नेक्स्ट टाइम।